ਕੈਲਗਰੀ 'ਚ ਲੰਘੇ ਵੀਕਐਂਡ 'ਤੇ ਰਿਲੀਜੀਅਸ ਫਾਊਂਡਰਸ ਡੇ ਈਵੈਂਟ ਆਯੋਜਿਤ ਕੀਤੀ ਗਈ। ਇਸ ਸੰਬੰਧੀ ਅਸੀਂ ਹੁਣ ਵਿਚਾਰ ਚਰਚਾ ਕਰਾਂਗੇ ਨਾਇਮ ਬਸ਼ੀਰ ਦੇ ਨਾਲ। ਜੀ ਬਸ਼ੀਰ ਸਾਹਿਬ, ਹਾਲ ਹੀ ਦੇ ਵਿੱਚ ਜਿਹੜੀ ਰਿਲੀਜੀਅਸ ਫਾਊਂਡਰਸ ਡੇ ਈਵੈਂਟ ਹੋਈ ਹੈ ਕੈਲਗਰੀ 'ਚ, ਇਸ ਈਵੈਂਟ ਬਾਰੇ ਦੱਸੋ, ਕੀ ਉਦੇਸ਼ ਸੀਗਾ ਇਸ ਦਾ ਅਤੇ ਕਿੰਨੀ ਕੁ ਗੈਦਰਿੰਗ ਹੋਈ ਹੈ ਅਤੇ ਕਿਹੜੀਆਂ ਪ੍ਰਮੁੱਖ ਸ਼ਖਸੀਅਤਾਂ ਸੀ ਇਸ ਦੇ ਵਿੱਚ? ਜੀ, ਇਹ ਅਹਿਮਦੀਆ ਮੁਸਲਿਮ ਜਮਾਤ ਕੈਲਗਰੀ ਦਾ ਰੈਗੂਲਰ ਇਵੈਂਟ ਹੈ ਜਿਹੜਾ ਹਰ ਸਾਲ ਉਹ ਮਸਜਿਦ ਬੈਤੁਲ ਨੂਰ ਦੇ ਵਿੱਚ ਜਿਹੜਾ ਉਹ ਆਰਗੇਨਾਈਜ਼ ਕਰਦੇ ਨੇ। ਇਸ ਦਫਾ ਨਵੰਬਰ 2 ਸੰਡੇ ਵਾਲੇ ਦਿਨ ਇਹ ਇਵੈਂਟ ਮਸਜਿਦ ਬੈਤੁਲ ਨੂਰ 'ਚ ਹੋਇਆ, ਜਿਹਦੇ ਵਿੱਚ 6 ਵੱਡੇ ਜਿਹੜੇ ਮੇਜਰ ਰਿਲੀਜਨਸ ਨੇ, ਧਰਮ ਨੇ, ਉਹਨਾਂ ਦੇ ਨੁਮਾਇੰਦਿਆਂ ਨੇ ਆ ਕੇ ਆਪਣੀ ਆਪਣੀ ਸਪੀਚ ਦਿੱਤੀ। ਇਸ ਦਾ ਇਵੈਂਟ ਦਾ ਨਾਮ ਤੇ ਰਿਲੀਜੀਅਸ ਫਾਊਂਡਰਸ ਡੇ ਵੇ, ਜਿਹੜਾ ਅਹਿਮਦੀਆ ਮੁਸਲਿਮ ਜਮਾਤ ਪੂਰੀ ਦੁਨੀਆ 'ਚ ਕੋਈ 125 ਸਾਲ ਤੋਂ ਜ਼ਿਆਦਾ ਹੀ ਹੋ ਗਿਆ, 150 ਸਾਲ ਦੇ ਕਰੀਬ ਉਹ ਆਰਗੇਨਾਈਜ਼ ਕਰਦੇ ਨੇ ਦੁਨੀਆ ਦੇ ਹਰ ਮੁਲਕ 'ਚ ਜਾਂ ਕੈਨੇਡਾ ਦੇ ਹਰ ਸ਼ਹਿਰ 'ਚ ਵੀ ਕਹਿ ਲਓ। ਉਹਦੇ 'ਚ ਟਾਪਿਕ ਹਰ ਵਾਰੀ ਬਦਲ ਜਾਂਦਾ। ਇਸ ਦਫਾ ਟਾਪਿਕ ਸੀ ਕਿ ਜੀ ਗॉड, ਅੱਲਾ, ਪਰਮਾਤਮਾ, ਰੱਬ ਹਜੇ ਵੀ ਬੋਲਦਾ ਹੈ, ਆਪਣੇ ਬੰਦਿਆਂ ਨਾਲ ਗੱਲ ਕਰਦਾ ਹੈ, ਕਮਿਊਨੀਕੇਟ ਕਰਦਾ ਹੈ। ਇਹ ਬੜਾ ਇੰਟਰਸਟਿੰਗ ਟਾਪਿਕ ਸੀ ਤੇ 6 ਵੱਡੇ ਮੇਜਰ ਰਿਲੀਜਨਸ ਦੇ ਜਿਹੜੇ ਨੁਮਾਇੰਦੇ ਸੀ ਉਹਨਾਂ ਨੇ ਆ ਕੇ ਆਪਣੇ ਆਪਣੇ ਖਿਆਲਾਤ ਦਾ ਇਜ਼ਹਾਰ ਕੀਤਾ, ਜਿਹਦੇ ਵਿੱਚ ਹਿੰਦੂਇਜ਼ਮ, ਬੁੱਧਿਸਟ, ਜੂਇਸ਼ ਕਮਿਊਨਿਟੀ, ਕ੍ਰਿਸਚੀਅਨਸ, ਇਸਲਾਮ ਤੇ ਸਿੱਖਇਜ਼ਮ ਸ਼ਾਮਿਲ ਸਨ। ਇਹਨਾਂ ਨੇ ਆ ਕੇ ਆਪਣੇ ਜਿਹੜੇ ਇਹਨਾਂ ਦੇ ਸਪੀਕਰ ਸਨ ਉਹਨਾਂ ਨੇ ਆਪਣੇ ਧਾਰਮਿਕ ਪੁਆਇੰਟ ਆਫ ਵਿਊ ਦੇ ਨਾਲ ਦੱਸਿਆ। ਔਰ ਮਜ਼ੇ ਦੀ ਗੱਲ ਇਹ ਵੇ ਕਿ ਸਾਰਿਆਂ ਨੇ ਇੱਕ ਗੱਲ ਸਾਂਝੀ ਕੀਤੀ, ਉਹ ਇਹ ਸੀ ਕਿ ਹਾਂ, ਰੱਬ ਜਿਹੜਾ ਨਾ ਉਹ ਆਪਣੇ ਅੱਜ ਵੀ ਕਮਿਊਨੀਕੇਟ ਕਰਦਾ, ਕਿਉਂਕਿ ਲੋਕਾਂ ਦਾ ਖਿਆਲ ਇਹ ਵੇ ਕਿ ਜਿਹੜਾ ਪਰਮਾਤਮਾ ਜਾਂ ਅੱਲਾਹ ਤਾਲਾ ਹੈ, ਉਹਦੇ ਜਿਹੜੇ ਐਟਰੀਬਿਊਟਸ ਨੇ, ਖੁਦਾ ਦੇ ਜਿਹੜੇ ਉਹਦੀਆਂ ਕੁਆਲਿਟੀਜ਼ ਨੇ, ਉਹ ਡਿਸੇਬਲ ਨਹੀਂ ਹੋ ਸਕਦੀਆਂ, ਉਹ ਫੋਰਐਵਰ ਨੇ। ਇਹ ਨਹੀਂ ਹੈਗਾ ਕਿ ਉਹ ਕੱਲ ਨੂੰ ਬੋਲਦਾ ਸੀ ਤੇ ਅੱਜ ਉਹਨੇ ਬੋਲਣਾ ਛੱਡ ਦਿੱਤਾ। ਹਜੇ ਵੀ ਉਹਦੇ ਜਿਹੜੇ ਨੇਕ ਬੰਦੇ ਨੇ, ਜਿਹੜੇ ਵਲੀਉਲਾ ਨੇ, ਜਿਹੜੇ ਸੇਂਟਸ ਨੇ ਜਾਂ ਗੁਰੂ ਨੇ ਜਾਂ ਮੈਸੇਂਜਰਸ ਨੇ, ਉਹਨਾਂ ਦੇ ਨਾਲ ਰੱਬ ਜਿਹੜਾ ਹਮ ਕਲਾਮ ਹੁੰਦਾ ਤੇ ਉਹ ਆਪਣੀ ਰਾਹੀਂ ਲੋਕਾਂ ਨੂੰ ਗਾਈਡ ਕਰਦਾ। ਇਹ ਤੇ ਸੀ ਕਾਮਨ, ਜਿਹਦੇ ਤੇ ਸਾਰੇ ਬੰਦੇ ਸਹਿਮਤ ਸਨ। ਅੱਛਾ, ਹੁਣ ਉਹਦੇ ਵਿੱਚ ਕੁਝ ਬਹੁਤ ਸਾਰੇ ਪਬਲਿਕ ਦੇ ਜਿਹੜੇ ਨੁਮਾਇੰਦੇ ਨੇ ਉਹ ਵੀ ਸ਼ਾਮਿਲ ਹੋਏ ਸਨ, ਜਿਹਦੇ ਚ ਕਾਉਂਸਲਰਸ ਨੇ, MLA ਨੇ, ਈਵਨ ਜਿਹੜੇ ਇਵੈਂਟ ਦੇ ਆਪਣਾ ਮੋਡਰੇਟਰ ਸਨ, ਉਹ ਅਲਬਰਟਾ ਅਸੈਂਬਲੀ ਦੇ ਸਪੀਕਰ ਜਿਹੜੇ ਨੇ ਆਨਰੇਬਲ ਰਿਕ ਮਕਾਈਵਰ, ਉਹਨਾਂ ਨੇ ਮੋਡਰੇਸ਼ਨ ਕੀਤੀ ਇਸ ਇਵੈਂਟ ਦੀ। ਔਰ ਇਹਦੇ ਵਿੱਚ ਸੋਸ਼ਲ ਮੀਡੀਆ, ਮੇਨ ਸਟ੍ਰੀਮ ਮੀਡੀਆ ਦੇ ਲੋਕ ਵੀ ਆਏ ਸਨ। ਫਿਰ ਕਮਿਊਨਿਟੀ ਦੇ ਲੀਡਰਸ ਜਿਹੜੇ ਸਨ, ਸਾਰੇ ਜਿਹਨਾਂ ਨੇ ਧਾਰਮਿਕ ਨਾਂ ਲਏ ਨੇ, ਇੱਥੇ ਜਿਹੜੀਆਂ ਕੈਲਗਰੀ ਦੀ ਵੱਡੀਆਂ ਆਰਗੇਨਾਈਜੇਸ਼ਨਸ ਨੇ, NGOs ਨੇ, ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਨੇ, ਉਹਨਾਂ ਦੇ ਐਥਨਿਕ ਜਿਹੜੀਆਂ ਕਮਿਊਨਿਟੀਜ਼ ਨੇ, ਉਹਨਾਂ ਦੇ ਨੁਮਾਇੰਦੇ ਉੱਥੇ ਆਏ ਸਨ। ਔਰ 400 ਤੋਂ ਜ਼ਿਆਦਾ ਲੋਕ ਸਨ ਜਿਹੜੇ ਸ਼ਾਮਿਲ ਹੋਏ। ਅੱਜ ਦੇ ਦੌਰ 'ਚ ਬਸੋਤਾ ਸਾਹਿਬ, ਚੁੱਕੇ ਲੋਕਾਂ ਨੂੰ ਧਰਮ ਨਾਲ, ਰਿਲੀਜਨ ਨਾਲ ਉਹ ਕੋਈ ਦਿਲਚਸਪੀ ਰਹੀ ਨਹੀਂ ਜੀ। ਹੁਣ ਲੋਕ ਇਹੀ ਕੋਈ ਕਨਸਰਟ ਹੋਵੇ ਮਿਊਜ਼ਿਕ ਦਾ ਜਾਂ ਕਲਚਰਲ, ਤੇ ਹਜ਼ਾਰਾਂ ਲੋਕ ਆਉਂਦੇ ਨੇ। ਪਰ ਮੈਂ ਹੈਰਾਨ ਹਾਂ ਕਿ ਖਾਲਿਸਤਾਨ ਪਿਓਰਲੀ ਧਰਮ ਦੇ ਨਾਂ ਦੇ ਉੱਤੇ ਇਹ ਇਵੈਂਟ ਕੀਤਾ ਗਿਆ, ਫਿਰ ਵੀ ਇੰਨੀ ਵੱਡੀ ਤਾਦਾਦ 'ਚ ਸਾਰੇ ਗਰੁੱਪਾਂ ਦੀ ਨੁਮਾਇੰਦਗੀ ਉੱਥੇ ਮੌਜੂਦ ਸੀ। ਸਾਰੇ ਗਰੁੱਪਾਂ ਦੇ ਵੱਡੇ ਲੀਡਰਸ਼ਿਪ ਜਾਂ ਉਹਨਾਂ ਦੇ ਨੁਮਾਇੰਦੇ ਜਿਹੜੇ ਸਨ ਉੱਥੇ ਆਏ ਸਨ। ਉਹਨਾਂ ਨੇ ਆ ਕੇ ਇੱਕ ਦੂਜੇ ਨੂੰ ਮਿਲਿਆ। ਔਰ ਜਿਹੜੇ ਸ਼ਾਮਲ ਹੋਣ ਵਾਲੇ ਲੋਕ ਸਨ ਉਹ ਇਸ ਗੱਲ ਦੇ ਬਹੁਤ ਖੁਸ਼ ਸਨ। ਇਹ ਅਹਿਮਦੀਆ ਮੁਸਲਿਮ ਜਮਾਤ ਇਸ ਇਵੈਂਟ ਨੂੰ ਪਿਛਲੇ ਕਈ ਸਾਲਾਂ ਤੋਂ ਕੈਲਗਰੀ 'ਚ ਖਾਸ ਤੌਰ ਤੇ ਉਹਨਾਂ ਨੇ ਕੰਟੀਨਿਊਸਲੀ ਹਰ ਸਾਲ ਕਰਦੇ ਨੇ, ਡਿਫਰੈਂਟ ਟਾਪਿਕ ਲੈ ਕੇ ਆਉਂਦੇ ਨੇ। ਇਹਦਾ ਸਭ ਨਾਲ ਵੱਡਾ ਫਾਇਦਾ ਵੇ ਕਿ ਅਸੀਂ ਸਾਰੇ ਮਿਲ ਜੁਲ ਕੇ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋ ਕੇ ਸਾਂਝ ਪਾਉਂਦੇ ਹਾਂ। ਅਸੀਂ ਪਿਆਰ ਤੇ ਮੁਹੱਬਤ ਦਾ ਜਿਹੜਾ ਨਾ ਉਹ ਸਬਕ ਦਿੰਦੇ ਹਾਂ। ਅਸੀਂ ਸਾਰਿਆਂ ਨੂੰ ਇੱਕ ਦੂਜੇ ਦੇ ਕਰੀਬ ਲੈ ਕੇ ਆਉਂਦੇ ਹਾਂ, ਕਿਉਂਕਿ ਅਹਿਮਦੀਆ ਮੁਸਲਿਮ ਜਮਾਤ ਦਾ ਇੱਕ ਯੂਨੀਵਰਸਲ ਮੈਸੇਜ ਹੈਗਾ, ਮੁਹੱਬਤ ਸਾਰਿਆਂ ਲਈ, ਨਫ਼ਰਤ ਕਿਸੇ ਲਈ ਨਹੀਂ। ਤੇ ਉਸ ਮੈਸੇਜ ਨੂੰ ਫੈਲਾਉਣ ਦਾ ਇੱਕ ਇਹ ਵੀ ਤਰੀਕਾ ਹੈ ਕਿ ਸਾਰੇ ਧਾਰਮਿਕ ਕਮਿਊਨਿਟੀਜ਼ ਨੂੰ ਲੈ ਕੇ ਇੱਕ ਥਾਂ ਤੇ ਬਹਿ ਕੇ ਆਪਸ 'ਚ ਪਿਆਰ ਮੁਹੱਬਤ ਸਾਂਝ ਕਰੋ, ਕਾਮਨੈਲਿਟੀ ਸ਼ੇਅਰ ਕਰੋ, ਤਾਂ ਕਿ ਅਸੀਂ ਇੱਕ ਦੂਜੇ ਦੇ ਕਰੀਬ ਆਈਏ, ਇਨਸਾਨੀਅਤ ਦੇ ਨਾਤੇ ਇੱਕ ਦੂਜੇ ਦੀ ਕਦਰ ਕਰੀਏ, ਰਿਸਪੈਕਟ ਕਰੀਏ ਤੇ ਇੱਕ ਦੂਜੇ ਦਾ ਖਿਆਲ ਰੱਖੀਏ, ਤਾਂ ਕਿ ਅਸੀਂ ਇਸ ਦੁਨੀਆ ਨੂੰ ਪੁਰਅਮਨ ਦੁਨੀਆ ਬਣਾ ਸਕੀਏ। ਜੀ ਬਸ਼ੀਰ ਸਾਹਿਬ, ਬਹੁਤ ਬਹੁਤ ਮਿਹਰਬਾਨੀ ਜਾਣਕਾਰੀ ਸਾਂਝੀ ਕਰਨ ਲਈ। मेहरबानी बसोता साहब, ते रब रखा सर। गुजरे हुए 100 साल की तारीख गवाह है, साए की तरह साया फिगन हम पे खुदा है। गुजरे हुए 100 साल की तारीख गवाह है, साए की तरह साया फिगन हम पे खुदा है।